ਵਾਅਦੇ ਮੁਤਾਬਕ ਹਾਜ਼ਰ ਹਾਂ ਦੋਸਤੋ। ਇਸ ਭਾਗ ਵਿੱਚ ਆਪਾਂ ਗੱਲ ਕਰਾਂਗੇ ਦੂਜੀ ਵੱਡੀ ਧਿਰ ਜੋ ਪੰਜਾਬ ਨੂੰ ਸਮਾਜਿਕ ਤੇ ਧਾਰਮਿਕ ਤੌਰ ਤੇ ਪ੍ਰਭਾਵਿਤ ਕਰਦੀ ਹੈ। ਉਹ ਹਨ ਇੱਥੋਂ ਦੇ ਡੇਰੇ, ਜਿਨ੍ਹਾਂ ਵਿੱਚੋਂ ਅੱਜਕੱਲ੍ਹ ਪ੍ਰਮੁੱਖ ਰੂਪ ਵਿੱਚ ਨਾਂ ਆਉਂਦਾ ਹੈ ਜਲੰਧਰ ਨਜ਼ਦੀਕ ਪਿੰਡ ਬੱਲਾ 'ਚ ਬਣਿਆ ਹੋਇਆ ਡੇਰਾ ਬੱਲਾ। ਇਹ ਜਲੰਧਰ ਤੋਂ ਪਠਾਨਕੋਟ ਵੱਲ 7-8 ਕਿਲੋਮੀਟਰ ਦੀ ਦੂਰੀ ਤੇ ਪਿੰਡ ਬੱਲਾ ਵਿੱਚ ਸਥਿਤ ਹੈ। ਪੰਜਾਬ ਵਿੱਚ ਦਲਿਤਾਂ ਵਿੱਚੋਂ ਵੱਡੀ ਸੰਖਿਆ ਰਵਿਦਾਸੀਆਂ ਦੀ ਹੈ। ਉਹਨਾਂ ਦੀ ਆਸਥਾ ਦਾ ਪੰਜਾਬ ਵਿੱਚ ਸਭ ਤੋਂ ਵੱਡਾ ਰਾਜਨੀਤਿਕ ਅਤੇ ਧਾਰਮਿਕ ਕੇਂਦਰ ਹੈ ਇਹ ਡੇਰਾ। ਇਹ ਡੇਰਾ ਪ੍ਰਮੁੱਖ ਤੌਰ ਤੇ ਭਗਤੀ ਲਹਿਰ ਦੇ ਸ਼੍ਰੋਮਣੀ ਕਵੀ, ਭਗਤ, ਸੰਤ, ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਆਦਰਸ਼ ਮੰਨ ਪਾਲਣ ਤੇ ਪ੍ਰਸਾਰਨ ਕਰਨ ਵਿੱਚ ਲੱਗਿਆ ਹੋਇਆ ਹੈ। ਜਾਣਕਾਰੀ ਲਈ ਦੱਸ ਦਿੰਦੇ ਹਾਂ ਕਿ ਇਸ ਡੇਰੇ ਦਾ ਹੈੱਡਕੁਆਰਟਰ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਸ਼ੀਰ ਗੋਵਰਧਨਪੁਰ ਵਾਰਾਣਸੀ ਉੱਤਰ ਪ੍ਰਦੇਸ਼ ਵਿੱਚ ਹੈ। ਰਵਿਦਾਸ ਜੀ ਬਾਰੇ ਕੁਝ ਦੱਸਣਾ, ਕਹਿਣਾ ਸਿਖਰ ਦੁਪਹਿਰੇ ਦੀਵਾ ਬਾਲ ਬੈਠਣਾ ਹੈ। ਸੱਚ ਬਸ ਸੱਚ ਹੀ ਹੈ, ਉਹਨਾਂ ਦੱਸਿਆ ਤੇ ਜੀਵਿਆ। ਇਸ ਡੇਰੇ ਦਾ ਸ਼ੁਰੂਆਤੀ ਸੰਬੰਧ ਬਠਿੰਡੇ ਦੇ ਪਿੰਡ ਗਿੱਲਪੱਤੀ 'ਚ ਜੰਮੇ ਹਰਨਾਮ ਦਾਸ ਉਰਫ ਬਾਬਾ ਪਿੱਪਲ ਦਾਸ ਜੀ ਨਾਲ ਹੈ। ਉਹ ਬਠਿੰਡਿਓ ਜਲੰਧਰ ਦੇ ਪਿੰਡ ਸਰਮਸਤਪੁਰ ਫਿਰ ਇੱਥੇ ਬੱਲਾ ਆ ਇਸ ਧਰਤੀ ਨੂੰ ਆਪਣੀ ਕਰਮ ਭੂਮੀ ਬਣਾ ਇੱਥੇ ਦੇ ਹੀ ਹੋ ਕੇ ਰਹਿ ਗਏ। ਬ੍ਰਹਮਲੀਨ ਬਾਬਾ ਪਿੱਪਲ ਦਾਸ ਜੀ ਦਾ ਮਨੁੱਖੀ ਦੇਹ ਵਾਲਾ ਸਮਾਂ 1895 ਤੋਂ 1928 ਤੱਕ ਦਾ ਸੀ। ਫਿਰ ਸੇਵਾ ਉਹਨਾਂ ਦੇ ਸਪੁੱਤਰ ਸੰਤ ਸਰਵਣ ਦਾਸ ਜੀ ਦੇ ਹਿੱਸੇ ਆਈ। 1928 ਤੋਂ 1972 ਤੱਕ ਦੇ ਜੀਵਨ ਕਾਲ ਵਿੱਚ ਉਹ ਰਵਿਦਾਸ ਜੀ ਦੀ ਬਾਣੀ ਤੇ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਰਹੇ। ਉਹਨਾਂ ਦੇ ਚਲਾਣੇ ਤੋਂ ਬਾਅਦ ਜ਼ਿੰਮੇਵਾਰੀ ਸੰਤ ਹਰੀਦਾਸ ਜੀ ਦੇ ਜ਼ਿੰਮੇ ਆਈ। ਹੁਣ ਜਿੱਥੇ ਉਹਨਾਂ ਦੀ ਮੂਰਤੀ ਰੱਖੀ ਹੈ ਮੰਦਰ ਵਿੱਚ, ਉਹ ਥਾਂ ਹੁਣ ਸੱਚਖੰਡ ਬੱਲਾ ਵਜੋਂ ਜਾਣੀ ਜਾਂਦੀ ਹੈ। ਬਾਲ ਵਿਵਾਹ ਵਰਗੀ ਸਮਾਜਿਕ ਬੁਰਾਈ ਤੋਂ ਲੋਕਾਂ ਨੂੰ ਵਰਜਿਆ। ਉਹਨਾਂ ਤੋਂ ਬਾਅਦ ਫਿਰ ਸੰਤ ਗਰੀਬ ਦਾਸ ਜੀ 1982 ਤੋਂ 1984 ਤੱਕ ਗੱਦੀ ਨਸ਼ੀਨ ਰਹੇ। ਇਹਨਾਂ ਹੀ 1984 ਵਿੱਚ ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਬਣਾ ਸਮਾਜ ਦੀ ਸਿਹਤ ਸਹੂਲਤਾਂ ਦਾ ਵਾਧਾ ਕਰਨ ਦਾ ਉਪਰਾਲਾ ਕੀਤਾ। ਇਹਨਾਂ ਹੀ ਸੰਗਤਾਂ ਵਾਸਤੇ ਵੱਡੀ ਬਿਲਡਿੰਗ ਦਾ ਨਿਰਮਾਣ ਕਰਵਾਇਆ। ਸਪਤਾਹਿਕ ਬੇਗਮਪੁਰਾ ਸ਼ਹਿਰ ਪੱਤਰਿਕਾ ਸ਼ੁਰੂ ਕਰਵਾਈ। ਸੜਕ ਤੋਂ ਨਜ਼ਰ ਆਉਂਦੇ ਸਵਾਗਤੀ ਗੇਟ ਦਾ ਕਾਰਜ ਵੀ ਇਹਨਾਂ ਵੇਲੇ ਹੀ ਸਿੱਧ ਹੋਇਆ। 11 ਜੂਨ 1994 ਵਿੱਚ ਵਿਦੇਸ਼ਾਂ ਵਿੱਚ ਜਿਵੇਂ ਬਰਮਿੰਘਮ, ਸਾਊਥਹੈਂਪਟਨ, ਸਟੂਅਰਟ ਕੈਂਟ, ਵੁਲਵਰਹੈਂਪਟਨ ਤੇ ਕਈ ਹੋਰ ਥਾਵਾਂ ਤੇ ਗੁਰੂ ਘਰ ਬਣਾਏ ਸੰਤ ਗਰੀਬ ਦਾਸ ਜੀ ਨੇ। ਹੁਣ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ ਜੀ ਹਨ, ਜੋ 8 ਸਾਲ ਦੀ ਬਾਲ ਉਮਰੇ ਹੀ ਡੇਰੇ ਅਤੇ ਸੰਤਾਂ ਦੇ ਕਾਰਜ ਵਿੱਚ ਰੁੱਝ ਗਏ ਸਨ। ਸੰਤ ਨਿਰੰਜਣ ਦਾਸ ਜੀ ਦੀ ਛਤਰ ਛਾਇਆ ਵਿੱਚ ਸੰਤ ਰਾਮਾਨੰਦ ਜੀ ਤੇ ਹੋਰ ਕਈ ਰੂਹਾਂ ਇੱਥੇ ਸੇਵਾ ਨਿਭਾ ਰਹੀਆਂ ਸਨ ਅਤੇ ਨਿਭਾ ਰਹੀਆਂ ਹਨ। ਆਸਟ੍ਰੇਲੀਆ ਦੇ ਵਿਆਨਾ ਸ਼ਹਿਰ ਵਿੱਚ ਇਹਨਾਂ ਤੇ ਹਮਲਾ ਕਰ ਗੋਲੀਆਂ ਮਾਰ ਦੇਹ ਨੂੰ ਖਤਮ ਕਰ ਦਿੱਤਾ ਗਿਆ।
ਰਵਿਦਾਸ ਨਾਮ ਲੇਵਾ ਸੰਗਤ ਦੇ ਰੋਹ ਕਾਰਨ ਪੰਜਾਬ ਵਿੱਚ ਕੁਝ ਦਿਨ ਮਾਹੌਲ ਬੜਾ ਅਸ਼ਾਂਤ, ਰੋਹ ਤੇ ਦੁੱਖ ਭਰਿਆ ਰਿਹਾ। ਇੰਨਾ ਤਾਂ ਇਹ ਕਿਹਾ ਹੀ ਜਾ ਸਕਦਾ ਹੈ ਕਿ ਕਿਸੇ ਨੂੰ ਹਮਲਾ ਕਰ ਮਾਰਨਾ ਕੋਈ ਹੱਲ ਨਹੀਂ ਜਾਂ ਚੰਗੀ ਗੱਲ ਨਹੀਂ। ਵਿਰੋਧ ਕਰ ਅਸਹਿਮਤੀ ਦੱਸਣ ਦੇ ਹੋਰ ਵੀ ਤਰੀਕੇ ਹਨ। ਲੰਘੇ ਸਮੇਂ ਵਿੱਚ ਕਿੱਸਾ ਸਾਕਾ ਨਨਕਾਣਾ ਸਾਹਿਬ ਵੀ ਤਾਂ ਹੋਇਆ ਸੀ। ਸਭ ਅਹਿੰਸਕ ਸਿੰਘਾਂ ਵੱਲ ਹਨ ਅੱਜ ਵੀ। ਪੰਥ ਵਿੱਚੋਂ ਛੇਕਣਾ ਵੀ ਹੱਲ ਹੋ ਸਕਦਾ ਸੀ। ਕਤਲ ਸੱਭਿਅਕ ਸਮਾਜ ਵਿੱਚ ਤੇ ਉਹ ਵੀ ਧਰਮ ਦੇ ਖੇਤਰ ਵਿੱਚ, ਕੀ ਕਿਹਾ ਜਾਵੇ। ਹੁਣ ਪੋਜ਼ਿਟਿਵਿਟੀ ਦੀ ਗੱਲ ਕਰਦੇ ਹਾਂ। ਬੇਸ਼ੱਕ ਹਿੰਦੂ ਮਤ ਵਿੱਚ ਰਾਮ ਤੋਂ ਵੱਧ ਕਿਸੇ ਦੀ ਜੀਵਨ ਮੌਤ ਤੱਕ ਸਵੀਕਾਰਤਾ ਨਹੀਂ ਹੈ। ਇਹ ਸਰਵਕਾਲੀਨ ਸੱਚ ਹੈ ਅੱਜ ਵੀ। ਉਹ ਰਾਮ ਸ਼ਬਰੀ ਦੇ ਜੂਠੇ ਬੇਰ ਖਾ ਖੁਸ਼ ਹੁੰਦੇ ਹਨ। ਪਤਨੀ ਸੀਤਾ ਭਗਵਾਨ ਵਾਲਮੀਕੀ ਦੇ ਆਸ਼ਰਮ ਵਿੱਚ ਸਾਲਾਂ ਬੱਧੀ ਰਹਿ ਆਪਣੇ ਪੁੱਤਰਾਂ ਲਵ ਅਤੇ ਕੁਸ਼ ਦਾ ਪਾਲਣ ਪੋਸ਼ਣ ਕਰਦੀ ਰਹੀ। ਅੱਜ ਇਹ ਦਲਿਤਾਂ ਵਿੱਚ ਗਿਣੇ ਜਾਂਦੇ ਹਨ। ਉਸ ਵੇਲੇ ਸਮਾਜ ਦਾ ਸਨਮਾਨਯੋਗ ਹਿੱਸਾ ਅੱਜ ਕਿਵੇਂ ਦਲਿਤ ਬਣ ਬਾਕੀ ਸਮਾਜ ਤੋਂ ਕੱਟਿਆ ਗਿਆ ਹੈ। ਮਹਾਨ ਸੰਤ ਗੁਰੂ ਰਵਿਦਾਸ ਜੀ ਬੇਸ਼ੱਕ ਚਰਮਕਾਰ ਕਿੱਤੇ ਵਾਲੇ ਪਰਿਵਾਰ ਵਿੱਚ ਜਨਮੇ ਸਨ, ਪਰ ਰਾਜਪੂਤ ਰਾਜੇ ਦੀ ਧੀ ਮਹਾਨ ਵਿਰਾਗਮਈ ਭਗਤਨੀ ਮੀਰਾ ਨੇ ਉਹਨਾਂ ਨੂੰ ਗੁਰੂ ਤਾਂ ਧਾਰਨ ਹੀ ਕੀਤਾ ਸੀ। ਇਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਉਹਨਾਂ ਸਮਿਆਂ ਵਿੱਚ ਕਈ ਬਨਾਰਸ ਦੇ ਸਮਕਾਲੀ ਸੰਤ ਬ੍ਰਾਹਮਣ ਉਹਨਾਂ ਲਈ ਸਨਮਾਨ ਪਿਆਰ ਰੱਖਦੇ ਸਨ। ਰਵਿਦਾਸ ਜੀ ਦੀ ਰਚੀ ਹੋਈ ਬਾਣੀ ਪੂਰੇ ਸਮਾਜ ਦੇ ਸਾਰੇ ਵਰਗਾਂ ਲਈ ਸਨਮਾਨਯੋਗ ਤੇ ਸਾਰਥਕ ਹੈ। ਕੋਈ ਵੀ ਇਸ ਤੋਂ ਮੁਨਕਰ ਨਹੀਂ ਹੋ ਸਕਦਾ। 2010 ਤੋਂ ਪਹਿਲਾਂ ਰਵਿਦਾਸੀਆਂ ਦੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਹੀ ਰੱਖੇ ਜਾਂਦੇ ਸਨ। ਸਿੱਖੀ ਵਿੱਚ ਜਾਤ ਪਾਤ ਜਾਂ ਵੰਡ ਵਿਵਸਥਾ ਦੀ ਕੋਈ ਥਾਂ ਹੀ ਨਹੀਂ ਸੀ। ਭਾਵੇਂ ਜੱਟਾਂ ਜਾਂ ਸੈਣੀਆਂ ਦੇ ਵੀ ਆਪਣੇ ਵੱਖਰੇ ਗੁਰੂ ਘਰ ਬਣਾਏ ਹੋਏ ਹਨ, ਪਰ ਰਵਿਦਾਸੀਆਂ ਦਾ ਮਰਿਆਦਾ ਕਰਕੇ ਵਿਰੋਧ ਹੋਇਆ ਤਾਂ ਸੰਨ 2010 ਵਿੱਚ ਡੇਰਾ ਬੱਲਾ ਨੇ ਖੁੱਲ੍ਹੇਆਮ ਆਪਣਾ ਅੱਡ ਧਰਮ ਰਵਿਦਾਸੀਆ ਧਰਮ ਘੋਸ਼ਿਤ ਕਰ ਦਿੱਤਾ। ਹੁਣ ਉਹ ਨਾ ਸਿੱਖ ਸਨ, ਨਾ ਹਿੰਦੂ ਜਾਂ ਨਾ ਹੀ ਮੁਸਲਮਾਨ ਸਨ। ਸਭ ਤੋਂ ਆਪਣੇ ਆਪ ਨੂੰ ਅੱਡ ਘੋਸ਼ਿਤ ਕਰਦੇ ਹੋਏ ਰਵਿਦਾਸੀਆ ਧਰਮ ਘੋਸ਼ਿਤ ਕਰ ਦਿੱਤਾ। ਉਹਨਾਂ ਨੇ ਆਪਣੇ ਆਪ ਨੂੰ ਬਨਾਰਸ ਵਿੱਚ ਗੁਰੂ ਰਵਿਦਾਸ ਜੀ ਦੀ ਜਨਮ ਭੂਮੀ ਦੇ ਪਵਿੱਤਰ ਸਥਾਨ ਤੋਂ। ਇਸ ਨਾਲ ਸਮਾਜਿਕ ਅਤੇ ਨਿੱਜੀ ਜ਼ਿੰਦਗੀ ਵਿੱਚ ਬਹੁਤ ਕੁਝ ਬਦਲ ਗਿਆ। ਹੁਣ ਉਹਨਾਂ ਦੀ ਪਵਿੱਤਰ ਪੂਜਨਿਕ ਪੁਸਤਕ ਸੀ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਜੀ। ਧਾਰਮਿਕ ਝੰਡਾ ਚਿੰਨ੍ਹ ਸੀ ਹਰੀ ਵਾਲਾ ਅਤੇ ਸੰਬੋਧਨ ਸੀ ਜੈ ਗੁਰਦੇਵ। ਅਤੇ ਤੀਰਥ ਯੂਪੀ ਦੇ ਵਾਰਾਣਸੀ ਵਿੱਚ
ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਤੇ ਬਣਿਆ ਹੋਇਆ ਮੰਦਰ। ਬੱਲਾ ਡੇਰੇ ਵੱਲੋਂ ਬਣਾਇਆ ਚੈਰੀਟੇਬਲ ਹਸਪਤਾਲ ਕਈਆਂ ਦੀ ਬਾਂਹ ਫੜਦਾ ਹੈ ਮੁਸ਼ਕਿਲ ਸਮੇਂ। ਹਦੀਆਬਾਦ ਫਗਵਾੜੇ ਵਿੱਚ ਬਣਿਆ ਮਾਡਲ ਸਕੂਲ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਪਾ ਰਿਹਾ ਹੈ। ਹੋਰ ਵੀ ਕਈ ਉਸਾਰੂ ਕੰਮ ਕੀਤੇ ਜਾਂਦੇ ਹਨ ਡੇਰੇ ਵੱਲੋਂ। ਸਭ ਤੋਂ ਵੱਡੀ ਗੱਲ ਇੱਕ ਸਵੈਮਾਨ ਦੀ ਭਾਵਨਾ ਦਾ ਵਿਕਾਸ ਹੋਣਾ ਹੈ ਸਮਾਜ ਵਿੱਚ ਰਹਿੰਦੇ ਹੋਏ। ਵਿਦੇਸ਼ੀ ਧਰਮਾਂ ਦੇ ਪੱਲੇ ਪੈਣ ਦੀ ਥਾਂ ਸ੍ਰੀ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਕਰਨਾ ਜੀਵਨ ਇੱਕ ਅਤੀ ਉੱਤਮ ਕਾਰਜ ਹੈ, ਨਿੱਜੀ ਅਤੇ ਸਮਾਜਿਕ ਤੌਰ ਤੇ ਵੀ। ਚਲੋ ਹੁਣ ਕੁਝ ਨੈਗੇਟਿਵਿਟੀ ਦੀ ਵੀ ਗੱਲ ਕਰ ਹੀ ਲੈਂਦੇ ਹਾਂ। ਸੱਤਾ ਧਰਮ ਨੂੰ ਸਿਰ ਤੇ ਬਿਠਾਉਣ ਦਾ ਦਾਅਵਾ ਕਰਦਿਆਂ ਕਦੋਂ ਇਸਤੇਮਾਲ ਕਰ ਲੈਂਦੀ ਹੈ ਪਤਾ ਹੀ ਨਹੀਂ ਲੱਗਦਾ। ਪੰਜਾਬ ਵਿੱਚ ਸਿੱਖਾਂ ਵਿੱਚ ਜੱਟਵਾਦ ਅਤੇ ਹਿੰਦੂਆਂ ਵਿੱਚ ਬ੍ਰਾਹਮਣਵਾਦ ਦਾ ਵਿਰੋਧ ਕਰਦੇ ਕਰਦੇ ਰਵਿਦਾਸੀਆ ਵਰਗ ਸਮਾਜ ਵਿੱਚ ਸਵੀਕਾਰਤਾ ਤੇ ਸਨਮਾਨ ਪ੍ਰਾਪਤ ਕਰਨ ਦੀ ਥਾਂ ਅੱਡ ਹੋ ਕੇ ਰਹਿ ਗਿਆ ਹੈ। ਆਰਥਿਕ ਤੌਰ ਤੇ ਖੁਸ਼ਹਾਲੀ ਅਤੇ ਚੰਗੇ ਰੁਤਬੇ ਤੋਂ ਬਾਅਦ ਵੀ ਉਹ ਰਾਜਨੀਤੀ ਦੀ ਵੱਖਵਾਦ ਦੀ ਸੱਟ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। ਸਾਡੇ ਸਮਾਜ ਵਿੱਚ ਸਭ ਕੁਝ ਪ੍ਰਾਪਤ ਹੋਣ ਤੇ ਵੀ ਸ਼ਾਇਦ ਕੁਝ ਵੀ ਨਹੀਂ ਹੈ। ਸਮਾਜ ਦਾ ਵੰਡਿਆ ਜਾਣਾ ਰਵਿਦਾਸ ਜੀ ਦੀਆਂ ਸਿੱਖਿਆਵਾਂ ਦਾ ਹਿੱਸਾ ਨਹੀਂ ਰਿਹਾ ਕਦੇ ਵੀ। ਨਫ਼ਰਤ ਨੂੰ ਨਫ਼ਰਤ ਦੀ ਥਾਂ ਰਵਿਦਾਸ ਜੀ ਨੇ ਤਰਕ ਤੇ ਬਾਣੀ ਦੇ ਸੱਚ ਨਾਲ ਹਰਾਇਆ ਸੀ। ਅੱਜ ਹਰ ਰਾਜਸੀ ਪਾਰਟੀ ਵੋਟਾਂ ਦੇ ਚੱਕਰਾਂ ਵਿੱਚ ਡੇਰੇ ਦਾ ਇਸਤੇਮਾਲ ਕਰਨ ਦੀ ਇੱਛੁਕ ਨਹੀਂ ਹੈ। ਸੋਚਿਓ, ਜੱਟ ਬ੍ਰਾਹਮਣ ਰਵਿਦਾਸੀਏ ਕਿਉਂ ਚੰਗੇ ਮਿੱਤਰ ਪੜੋਸੀ ਹੋ ਖੁਸ਼ ਨਹੀਂ ਨਾਲ ਰਹਿ ਸਕਦੇ? ਪਰ ਕੀ ਰਾਜਨੀਤਿਕ ਤਾਕਤਾਂ ਨੂੰ ਇੰਜ ਹੋਣਾ ਮਨਜ਼ੂਰ ਹੋਵੇਗਾ? ਇੰਨਾ ਤਾਂ ਹਰ ਕੋਈ ਜਾਣਦਾ ਹੈ ਕਿ ਵੰਡੇ ਹੋਏ ਸਮਾਜ ਤੇ ਰਾਜ ਕਰਨਾ ਕਿੰਨਾ ਸੌਖਾ ਹੁੰਦਾ ਹੈ। ਅਗਲੇ ਭਾਗ ਵਿੱਚ ਪੰਜਾਬ ਦੇ ਇੱਕ ਹੋਰ ਵੱਡੇ ਡੇਰੇ ਬਿਆਸ ਲਾਗੇ ਦੀ ਗੱਲ ਕਰਾਂਗੇ।